ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾਂ। ਗਾਵ ਲੇਹ ਤੂ ਗਾਵਨਹਾਰੇ, ਜੀ ਪਿੰਡ ਕੇ ਪ੍ਰਾਨ ਆਧਾਰੇ। ਜਾ ਕੀ ਸੇਵਾ ਸਰਬ ਸੁਖ ਪਾਵੈ, ਅਵਰ ਕਾਹੂ ਪਹਿ ਬਹੁੜ ਨ ਜਾਵੈ। ਸਦਾ ਆਨੰਦ ਆਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀਐ। ਬਲਿਹਾਰੀ ਤਿਸ ਸੰਤ ਪਿਆਰੇ, ਜਿਸ ਪ੍ਰਸਾਦ ਪ੍ਰਭ ਮਨ ਵਾਸੀਐ। ਰਹਾਉ ਜਾ ਕਾ ਦਾਨ ਨਿਖੂਟੈ ਨਾਹੀ, ਭਲੀ ਭਾਂਤ ਸਭ ਸਹਿਜ ਸਮਾਹੀ। ਜਾ ਕੀ ਬਖਸ਼ ਨਾ ਮਿਟੈ ਕੋਈ, ਮਨ ਵਾਸਾਈਐ ਸਾਚਾ ਸੋਈ। ਸਗਲ ਸਮਗਰੀ ਗ੍ਰਹਿ ਜਾ ਕੈ ਪੂਰਨ, ਪ੍ਰਭ ਕੇ ਸੇਵਕ ਦੁਖ ਨਾ ਚੂਰਨ। ਓਟ ਗਹੀ ਨਿਰਭਉ ਪਦ ਪਾਈਐ, ਸਾਸ ਸਾਸ ਸੋ ਗੁਣ ਨਿਧ ਗਾਈਐ। ਦੂਰ ਨ ਹੋਈ ਕਤਹੂ ਜਾਈਐ, ਨਦਰ ਕਰੇ ਤਾਂ ਹਰ ਹਰ ਪਾਈਐ। ਅਰਦਾਸ ਕਰੀ ਪੂਰੇ ਗੁਰ ਪਾਸ, ਨਾਨਕ ਮੰਗੈ ਹਰ ਧਨ ਰਾਸ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਇਸ ਸ਼ਬਦ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਗਾਵ ਲੇਹ ਤੂ ਗਾਵਨਹਾਰੇ। ਹੇ ਭਾਈ, ਜਦ ਤੱਕ ਗਾਉਣ ਦੀ ਤੇਰੇ ਕੋਲ ਸਮਰੱਥਾ ਹੈ, ਜਦ ਤੱਕ ਉਸ ਮਾਲਕ ਨੇ ਦਿੱਤੀ ਹੋਈ ਸਰੀਰ ਦੇ ਵਿੱਚ ਤਾਕਤ ਹੈ, ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹੋ ਜਦੋਂ ਤੱਕ ਤੇਰੀ ਸਮਰੱਥਾ ਹੈ। ਕਿਉਂਕਿ ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਪਿਆਰੇ, ਤੈਨੂੰ ਇਹ ਮਨੁੱਖਾ ਜੀਵਨ ਉਸ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ, ਵਾਹਿਗੁਰੂ ਦਾ ਨਾਮ ਜਪਣ ਵਾਸਤੇ ਪ੍ਰਾਪਤ ਹੋਇਆ ਹੈ। ਇਸ ਵਾਸਤੇ ਜਦੋਂ ਤੱਕ ਤੇਰੀ ਜ਼ਿੰਦਗੀ ਦਾ ਸਮਾਂ ਹੈ, ਜਦੋਂ ਤੱਕ ਪ੍ਰਾਣ ਚੱਲ ਰਹੇ ਹਨ, ਜਦੋਂ ਤੱਕ ਦਿਲਾਂ ਦੀ ਧੜਕਣ ਹੈ, ਉਦੋਂ ਤੱਕ ਅੰਤਲੇ ਸਵਾਸਾਂ ਤੱਕ ਤੂੰ ਪ੍ਰਮਾਤਮਾ ਨੂੰ ਗਾਉਂਦਾ ਰਹੋ। ਜੀ ਪਿੰਡ ਕੇ ਪ੍ਰਾਨ ਆਧਾਰੇ। ਪਿੰਡ ਦਾ ਅਰਥ ਹੁੰਦਾ ਹੈ ਸਰੀਰ, ਤੇ ਜੀ ਦਾ ਅਰਥ ਹੈ ਜੀਵਨ। ਜਿਹੜਾ ਸਾਡੇ ਜੀ ਪ੍ਰਾਣਾਂ ਦਾ, ਸਾਡੇ ਸਰੀਰ ਦਾ, ਸਾਡੇ ਪ੍ਰਾਣਾਂ ਦਾ ਸਹਾਈ ਹੈ, ਜਿਸ ਨੇ ਸਾਨੂੰ ਇਹ ਸਾਰੀਆਂ ਦਾਤਾਂ ਬਖਸ਼ਿਸ਼ਾਂ ਕੀਤੀਆਂ, ਤੂੰ ਉਸ ਪਿਆਰੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ। ਜਾ ਕੀ ਸੇਵਾ ਸਰਬ ਸੁਖ ਪਾਵੈ। ਜਾ ਕੀ ਸੇਵਾ ਸਰਬ ਸੁਖ ਪਾਵੈ। ਜਿਹਦੀ ਸੇਵਾ ਕਰਨ ਦੁਆਰਾ, ਜਿਹਦੀ ਸੇਵਾ ਕਰਨ ਦੇ ਨਾਲ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਅਵਰ ਕਾਹੂ ਪਹਿ ਬਹੁੜ ਨਾ ਜਾਵੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਤੇ ਸੁੱਖਾਂ ਦੀ ਭਾਲ ਵਿੱਚ ਕਿਸੇ ਹੋਰ ਪਾਸ ਜਾਣ ਦੀ ਲੋੜ ਨਹੀਂ। ਤੋ ਇੱਕ ਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਰਹੋ, ਕਿਉਂਕਿ ਉਹ ਪ੍ਰਮਾਤਮਾ ਹੀ ਸਾਨੂੰ ਸਾਰੇ ਸੁੱਖਾਂ ਦਾ ਮਾਲਕ ਬਣਾਉਂਦਾ ਹੈ। ਉਹ ਪ੍ਰਮਾਤਮਾ ਹੀ ਸਾਨੂੰ ਸਾਰੇ ਸੁੱਖ ਪ੍ਰਦਾਨ ਕਰਦਾ ਹੈ।
ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਹੇ ਭਾਈ, ਸਾਨੂੰ ਰਹਿੰਦੀ ਜ਼ਿੰਦਗੀ ਤੱਕ, ਰਹਿੰਦੇ ਜੀਵਨ ਤੱਕ ਉਸ ਪਰਮੇਸ਼ਰ ਦੇ ਨਾਮ ਨੂੰ, ਵਾਹਿਗੁਰੂ ਦੇ ਸਿਮਰਨ ਨੂੰ ਭੁੱਲਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਆਪਾਂ ਰੋਜ਼ਾਨਾ ਸੋਦਰ ਰਹਿਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਸਾਰ ਦੇ ਵਿੱਚ ਜਿੰਨੇ ਮਰਜ਼ੀ ਕੰਮ ਕਰ ਲਈਏ, ਉਹਨਾਂ ਨੇ ਨਾ ਸਾਡੇ ਇਸ ਲੋਕ ਦੇ ਵਿੱਚ ਸਹਾਈ ਹੋਣਾ ਤੇ ਨਾ ਪਰਲੋਕ ਦੇ ਵਿੱਚ। ਕੇਵਲ ਪਰਮੇਸ਼ਰ ਦਾ ਸਿਮਰਨ ਹੀ ਇਸ ਲੋਕ ਵਿੱਚ ਤੇ ਅਗਲੀ ਦਰਗਾਹ ਦੇ ਵਿੱਚ ਜੀਵ ਦੇ ਕੰਮ ਆਉਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਸਦਾ ਆਨੰਦ ਆਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀਐ। ਸਾਨੂੰ ਉਸ ਮਾਲਕ ਪ੍ਰਭੂ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ। ਕਿਉਂ ਸਿਮਰਨਾ ਚਾਹੀਦਾ ਹੈ? ਕਿਉਂਕਿ ਉਹਦਾ ਨਾਮ ਆਨੰਦ ਦੇਣ ਵਾਲਾ ਹੈ। ਉਹ ਆਪ ਆਨੰਦ ਹੈ, ਸਵਰੂਪ ਹੈ, ਔਰ ਜੋ ਉਸ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਉਹ ਵੀ ਸदैवी ਆਨੰਦ, ਸदैवी ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ। ਸਤ ਸੰਗਤ ਦੇਖੋ, ਅਸੀਂ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਆਨੰਦ ਲੈਣ ਦਾ ਯਤਨ ਕਰਦੇ ਹਾਂ। ਅਸੀਂ ਪਦਾਰਥਾਂ ਦੇ ਵਿੱਚੋਂ ਖੁਸ਼ੀ ਲੱਭਦੇ ਹਾਂ। ਪਦਾਰਥਾਂ ਦੇ ਵਿੱਚ ਜਿਹੜੀ ਖੁਸ਼ੀ ਹੈ, ਪਦਾਰਥਾਂ ਦੇ ਵਿੱਚ ਜੋ ਅਸੀਂ ਖੁਸ਼ੀ ਨੂੰ ਲੱਭਦੇ ਹਾਂ, ਉਹ ਖੁਸ਼ੀ ਕੇਵਲ ਕੁਝ ਸਮੇਂ ਦੀ ਹੈ। ਉਸ ਖੁਸ਼ੀ ਨੇ, ਉਸ ਆਨੰਦ ਨੇ ਸਦਾ ਨਹੀਂ ਰਹਿਣਾ। ਪਰ ਇੱਕ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਜਿਹੜਾ ਆਨੰਦ ਆਉਂਦਾ ਹੈ, ਗੁਰੂ ਦੇ ਸਿਮਰਨ ਦੇ ਵਿੱਚੋਂ ਜਿਹੜਾ ਆਨੰਦ ਆਉਂਦਾ ਹੈ, ਸਤ ਸੰਗਤ, ਉਹ ਸਦਾ ਹੀ ਰਹਿਣ ਵਾਲਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਗੁਣ ਨਿਧਾਨ ਨਿਤ ਨਿਤ ਜਾਪੀਐ। ਨਿਧਾਨ ਦਾ ਅਰਥ ਹੁੰਦਾ ਹੈ ਖਜ਼ਾਨਾ। ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਉਸ ਪਰਮੇਸ਼ਰ ਦੇ ਨਾਮ ਨੂੰ ਨਿਤਾ ਪ੍ਰਤੀ ਜਪਣਾ ਚਾਹੀਦਾ ਹੈ। ਬਲਿਹਾਰੀ ਤਿਸ ਸੰਤ ਪਿਆਰੇ, ਜਿਸ ਪ੍ਰਸਾਦ ਪ੍ਰਭ ਮਨ ਵਾਸੀ ਹੈ। ਇੱਥੇ ਸੰਤ ਸ਼ਬਦ ਗੁਰੂ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਉਸ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ, ਕੁਰਬਾਨ ਜਾਣਾ ਚਾਹੀਦਾ ਹੈ, ਉਸ ਪਿਆਰੇ ਤੋਂ ਵਾਰਨੇ ਜਾਣਾ ਚਾਹੀਦਾ ਹੈ, ਜਿਸ ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਕਿਰਪਾ, ਜਿਹਦੀ ਕਿਰਪਾ ਦੁਆਰਾ ਪ੍ਰਭ ਮਨ ਵਾਸੀ ਹੈ। ਪ੍ਰਮਾਤਮਾ ਵਾਹਿਗੁਰੂ ਹਿਰਦੇ ਦੇ ਵਿੱਚ ਵਸਦਾ ਹੈ। ਉਸ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ ਹੈ। ਸਤ ਸੰਗਤ ਜੀ, ਜਿਹਦੀ ਕਿਰਪਾ ਦੇ ਨਾਲ ਸਾਡੇ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦਾ ਵਾਸਾ ਹੁੰਦਾ ਹੈ। ਅੱਗੇ ਰਹਾਉ ਵਾਲੀਆਂ ਪੰਕਤੀਆਂ ਤੋਂ ਅੱਗੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਬਦ ਦੇ ਦੂਸਰੇ ਬੰਦ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਰਹਾਉ ਜਾ ਕਾ ਦਾਨ ਨਿਖੁਟੈ ਨਾਹੀ, ਭਲੀ ਭਾਂਤ ਸਭ ਸਹਿਜ ਸਮਾਹੀ, ਜਾ ਕੀ ਬਖਸ਼ ਨਾ ਮੇਟੈ ਕੋਈ, ਮਨ ਵਾਸਾਈਐ ਸਾਚਾ ਸੋਈ। ਜਾ ਕਾ ਦਾਨ। ਸਤਿਗੁਰੂ ਜੀ ਇਸ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜਿਹਦੀ ਦਿੱਤੀ ਹੋਈ ਦਾਤ ਕਦੇ ਮੁੱਕ ਨਹੀਂ ਸਕਦੀ। ਜਿਹਦੀਆਂ ਦਿੱਤੀਆਂ ਹੋਈਆਂ ਖੁਸ਼ੀਆਂ, ਜਿਹਦੇ ਦਿੱਤੇ ਹੋਏ ਪਦਾਰਥ ਕਦੀ ਵੀ ਖਤਮ ਨਹੀਂ ਹੋ ਸਕਦੇ। ਕਿਉਂਕਿ ਸਤ ਸੰਗਤ, ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ।
ਦੇਣ ਵਾਲਾ ਪ੍ਰਮਾਤਮਾ ਵਾਹਿਗੁਰੂ ਉਹ ਦਾਤਾਂ ਦੇਈ ਜਾ ਰਿਹਾ। ਉਸ ਦੇਣ ਵਾਲੇ ਦਾਤੇ ਦੇ ਭੰਡਾਰਿਆਂ ਦੇ ਵਿੱਚ ਦਾਤਾਂ ਦੀ ਕਮੀ ਨਹੀਂ। ਉਹ ਅੱਜ ਦਾ ਨਹੀਂ ਦੇ ਰਿਹਾ, ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ, ਸੰਸਾਰ ਬਣਿਆ, ਉਦੋਂ ਤੋਂ ਉਹ ਪ੍ਰਮਾਤਮਾ ਵਾਹਿਗੁਰੂ ਦਾਤਾਂ ਵੰਡੀ ਜਾ ਰਿਹਾ। ਲੈਣ ਵਾਲੇ ਥੱਕ ਗਏ ਪਰ ਦੇਣ ਵਾਲਾ ਦਾਤਾ ਥੱਕਿਆ ਨਹੀਂ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਜੋ ਕਰਮ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਇਹਦਾ ਅਰਥ ਹੈ ਬਖਸ਼ਿਸ਼। ਮਹਾਰਾਜ ਕਿਰਪਾ ਕਰਦੇ ਹਨ ਕਿ ਪ੍ਰਮਾਤਮਾ ਦੀ ਬਖਸ਼ਿਸ਼ ਇੰਨੀ ਵੱਡੀ ਹੈ, ਉਹ ਲਿਖੀ ਨਹੀਂ ਜਾ ਸਕਦੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹ ਇੰਨਾ ਵੱਡਾ ਦਾਤਾ ਹੈ, ਉਹ ਦੇ ਕੇ ਇੱਕ ਤਿਲ ਜਿੰਨੀ ਵੀ ਤਮਾ ਨਹੀਂ ਕਰਦਾ। ਉਹ ਦੇਈ ਜਾ ਰਿਹਾ ਪਰ ਮੰਗਦਾ ਕੁਝ ਨਹੀਂ। ਸਮਾਜ ਦੇ ਵਿੱਚ ਸੁਭਾਅ ਇਹ ਹੈ ਕਿ ਆਪਾਂ ਕਿਸੇ ਨੂੰ ਇੱਕ ਵਸਤੂ ਦਈਏ ਤਾਂ ਅਗਲੇ ਤੋਂ ਆਪਾਂ ਦੋ ਵਸਤੂਆਂ, ਦੋ ਪਦਾਰਥਾਂ ਦੀ ਆਸ ਰੱਖਦੇ ਹਾਂ। ਪਰ ਰੱਬ ਦਾ ਇਸ ਤਰ੍ਹਾਂ ਦਾ ਸੁਭਾਅ ਨਹੀਂ। ਉਹਦਾ ਸੁਭਾਅ ਹੈ ਸਭ ਕੁਝ ਦੇਣਾ। ਇਸ ਵਾਸਤੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਉਸ ਮਾਲਕ ਦੇ ਖਜ਼ਾਨਿਆਂ ਦੇ ਵਿੱਚੋਂ ਜੋ ਮੰਗੀਏ ਉਹ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਜਾ ਕਾ ਦਾਨ ਨਿਖੁਟੈ ਨਾਹੀ। ਜਿਹਦਾ ਦਿੱਤਾ ਹੋਇਆ ਧਨ ਪਦਾਰਥ ਸਭ ਕੁਝ ਕਦੇ ਖਤਮ ਨਹੀਂ ਹੋਣ ਵਾਲਾ। ਭਲੀ ਭਾਂਤ ਸਭ ਸਹਿਜ ਸਮਾਹੀ। ਸਤਿਗੁਰੂ ਜੀ ਕਹਿਣ ਲੱਗੇ, ਜੇ ਹੋ ਸਕੇ ਤਾਂ ਸਹਿਜ ਅਵਸਥਾ ਦੇ ਦੁਆਰਾ, ਸਹਿਜ ਅਵਸਥਾ ਦੇ ਵਿੱਚ ਟਿਕ ਕੇ ਉਸ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਲਓ, ਆਪਣੇ ਹਿਰਦੇ ਦੇ ਵਿੱਚ ਵਸਾ ਲਓ, ਕਿਉਂਕਿ ਉਹੀ ਪ੍ਰਮਾਤਮਾ ਦੇਣ ਵਾਲਾ ਦਾਤਾ ਹੈ। ਸਾਰਾ ਜਗਤ, ਸਾਰਾ ਸੰਸਾਰ ਉਸ ਪ੍ਰਮਾਤਮਾ ਤੋਂ, ਵਾਹਿਗੁਰੂ ਤੋਂ ਮੰਗਦਾ ਹੈ। ਦਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਅਗਲੀਆਂ ਪੰਕਤੀਆਂ ਹਨ, ਜਾ ਕੀ ਬਖਸ਼ ਨਾ ਮੇਟੈ ਕੋਈ, ਮਨ ਵਾਸਾਈਐ ਸਾਚਾ ਸੋਈ। ਜਿਸ ਦੀ ਬਖਸ਼ਿਸ਼, ਜਿਹਦੀ ਕਿਰਪਾ ਕਦੀ ਮੇਟੀ ਨਹੀਂ ਜਾ ਸਕਦੀ, ਭਾਵ ਕਦੀ ਖਤਮ ਨਹੀਂ ਹੋ ਸਕਦੀ, ਕਦੀ ਮਿਟਾਈ ਨਹੀਂ ਜਾ ਸਕਦੀ। ਰੱਬ ਦੀ ਬਖਸ਼ਿਸ਼ ਇੰਨੀ ਵੱਡੀ ਹੈ ਕਿ ਉਸ ਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਰੋਕ ਨਹੀਂ ਸਕਦੇ। ਉਹ ਮਾਲਕ ਜਿਹਦੇ ਸਿਰ ਦੇ ਉੱਤੇ ਕਿਰਪਾ ਦਾ ਹੱਥ ਰੱਖੇ, ਵਾਹਿਗੁਰੂ ਦੀਆਂ ਬਖਸ਼ਿਸ਼ਾਂ ਉਸ ਸਿੱਖ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਪਰ ਜਿਸ ਸਿੱਖ ਦੇ ਉੱਤੇ ਉਸ ਮਾਲਕ ਦਾ ਹੱਥ ਨਹੀਂ, ਜਿਹਦੇ ਵੱਲ ਨਜ਼ਰ ਸੁਵੱਲੀ ਨਹੀਂ, ਉਸ ਨੂੰ ਮਾਲਕ ਦੀ ਬਖਸ਼ਿਸ਼ ਨਹੀਂ ਮਿਲਦੀ। ਪ੍ਰਮਾਤਮਾ ਦੀ ਬਖਸ਼ਿਸ਼ ਲੈਣ ਵਾਸਤੇ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਸਾਡਾ ਹਿਰਦਾ ਪਾਤਰ ਹੋਵੇ, ਕਿਉਂਕਿ ਸਾਡੇ ਹਿਰਦੇ ਦੇ ਵਿੱਚ ਪਹਿਲਾਂ ਹੀ ਹਉਮੈ, ਅਹੰਕਾਰ, ਨਿੰਦਿਆ, ਚੁਗਲੀ, ਦੁਐਖ, ਈਰਖਾ ਆਦਿਕ ਵਿਕਾਰ ਹੋਣ। ਜਿਸ ਹਿਰਦੇ ਦੇ ਵਿੱਚ ਇਸ ਤਰ੍ਹਾਂ ਦੇ ਵਿਕਾਰ ਹੋਣ, ਉਸ ਹਿਰਦੇ ਦੇ ਵਿੱਚ ਪ੍ਰਮਾਤਮਾ ਦੀ ਬਖਸ਼ਿਸ਼ ਕਿਵੇਂ ਟਿਕ ਸਕਦੀ ਹੈ? ਪ੍ਰਮਾਤਮਾ ਦੀ ਬਖਸ਼ਿਸ਼ ਉਸ ਹਿਰਦੇ ਦੇ ਵਿੱਚ ਟਿਕਦੀ ਹੈ ਜਿਹਦਾ ਹਿਰਦਾ ਬਖਸ਼ਿਸ਼ ਵਾਸਤੇ ਪਾਤਰ ਹੋਵੇ। ਜਿਹਦਾ ਪਹਿਲਾ ਹੀ ਹਿਰਦਾ ਵਿਕਾਰਾਂ ਦੇ ਨਾਲ ਭਰਿਆ, ਤਾਂ ਉਸ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਆਪਾਂ ਕਿਵੇਂ ਟਿਕਾ ਸਕਦੇ ਹਾਂ? ਜੇ ਬਰਤਨ ਪਹਿਲਾਂ ਹੀ ਭਰਿਆ ਹੈ, ਉਹਦੇ ਵਿੱਚ ਆਪਾਂ ਹੋਰ ਵਸਤੂ, ਹੋਰ ਸਮਾਨ ਪਾਈ ਜਾਵਾਂਗੇ, ਉਹਦੇ ਵਿੱਚ ਸਮਾਏਗਾ ਨਹੀਂ, ਉਹ ਬਾਹਰ ਨਿਕਲ ਜਾਏਗਾ। ਉਸੇ ਪ੍ਰਕਾਰ ਜਾ ਕੀ ਬਖਸ਼ ਨਾ ਮੇਟੈ ਕੋਏ, ਵਾਹਿਗੁਰੂ ਜੀ ਦੀ ਬਖਸ਼ਿਸ਼ ਕਦੀ ਖਤਮ ਨਹੀਂ ਹੋ ਸਕਦੀ। ਮਨ ਵਾਸ ਆਈਐ ਸਾਚਾ ਸੋਈ। ਇਸ ਵਾਸਤੇ ਉਸ ਪਿਆਰੇ ਪ੍ਰਮਾਤਮਾ ਦੇ ਨਾਮ ਨੂੰ, ਉਸ ਵਾਹਿਗੁਰੂ ਨੂੰ ਮਨ ਦੇ ਵਿੱਚ ਵਸਾਉਣਾ ਚਾਹੀਦਾ ਹੈ, ਜਿਹੜਾ ਸੱਚਾ ਹੈ, ਜਿਹੜਾ ਸਦਾ ਰਹਿਣ ਵਾਲਾ ਹੈ, ਜਿਹੜਾ ਆਪਣੀਆਂ ਦਾਤਾਂ ਦੇ ਨਾਲ ਆਪਣੇ ਪਿਆਰਿਆਂ ਨੂੰ ਨਿਵਾਜਦਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਕਹਿਣ ਲੱਗੇ, ਉਸ ਪਿਆਰੇ ਪ੍ਰਮਾਤਮਾ ਦੀ ਦਾਤ ਕਦੀ ਮੇਟੀ ਨਹੀਂ ਜਾ ਸਕਦੀ।
ਸ਼ਬਦ ਦਾ ਤੀਸਰਾ ਬੰਦ ਹੈ, ਸਗਲ ਸਮਗਰੀ ਗ੍ਰਹਿ ਜਾ ਕੈ ਪੂਰਨ, ਪ੍ਰਭ ਕੇ ਸੇਵਕ ਦੁਖ ਨਾ ਝੂਰਨ, ਓਟ ਗਹੀ ਨਿਰਭਉ ਪਦ ਪਾਈਐ, ਸਾਸ ਸਾਸ ਸੋ ਗੁਣ ਨਿਤ ਗਾਈਐ। ਪ੍ਰਭ ਕੇ ਸੇਵਕ ਦੁਖ ਨਾ ਝੂਰਨ, ਜਿਹਦੇ ਸੇਵਕਾਂ ਨੂੰ ਕੋਈ ਦੁੱਖ ਪੋ ਨਹੀਂ ਸਕਦਾ, ਜਿਸ ਵਾਹਿਗੁਰੂ ਦੇ ਸੇਵਕਾਂ ਨੂੰ ਕੋਈ ਦੁੱਖ ਨਹੀਂ ਲੱਗ ਸਕਦਾ, ਓਟ ਗਹੀ ਨਿਰਭਉ ਪਦ ਪਾਈਐ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਗਲ ਸਮਗਰੀ ਗ੍ਰਹਿ ਜਾ ਕੇ ਪੂਰਨ, ਪ੍ਰਭ ਕੇ ਸੇਵਕ ਦੁਖ ਨਾ ਝੂਰਨ। ਵਾਹਿਗੁਰੂ ਪ੍ਰਮਾਤਮਾ ਦੇ ਘਰ ਦੇ ਵਿੱਚ ਹਰ ਪ੍ਰਕਾਰ ਦੀ ਸਮੱਗਰੀ ਮੌਜੂਦ ਹੈ, ਭਾਵ ਹਰ ਪ੍ਰਕਾਰ ਦੇ ਪਦਾਰਥ ਹਨ। ਉਸ ਮਾਲਕ ਤੋਂ ਖੁਸ਼ੀ ਮੰਗੀਏ ਖੁਸ਼ੀ ਮਿਲਦੀ ਹੈ, ਮਾਲਕ ਤੋਂ ਧਨ ਮੰਗੀਏ ਧਨ ਮਿਲਦਾ ਹੈ। ਉਸ ਵਾਹਿਗੁਰੂ ਪ੍ਰਮਾਤਮਾ ਤੋਂ ਜੋ ਮੰਗੀਏ ਗੁਰਸਿੱਖ ਦੀ ਝੋਲੀ ਦੇ ਵਿੱਚ ਉਹੀ ਬਖਸ਼ਿਸ਼ ਪੈਂਦੀ ਹੈ। ਸਗਲ ਸਮਗਰੀ ਗ੍ਰਹਿ ਜਾ ਕੇ ਪੂਰਨ, ਪ੍ਰਭ ਕੇ ਸੇਵਕ ਦੁਖ ਨਾ ਝੂਰਨ। ਪ੍ਰਮਾਤਮਾ ਦੇ ਸੇਵਕਾਂ ਨੂੰ ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਓਟ ਗਹੀ ਨਿਰਭਉ ਪਦ ਪਾਈਐ, ਤੇ ਜਿਸ ਦਾ ਆਸਰਾ ਲਿਆ ਉਹ ਆਤਮਕ ਮੌਤ ਨਹੀਂ ਸਹੇੜਦਾ। ਸਤਿਗੁਰੂ ਜੀ ਕਹਿਣ ਲੱਗੇ, ਉਸ ਪ੍ਰਮਾਤਮਾ ਦੀ ਓਟ ਦੇ ਵਿੱਚ, ਉਹਦੀ ਸ਼ਰਨ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਕਿ ਉਸ ਮਨੁੱਖ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਮੁਸੀਬਤ ਪੋ ਨਹੀਂ ਸਕਦੀ। ਸਾਸ ਸਾਸ ਸੋ ਗੁਣ ਨਿਧ ਗਾਈਐ, ਇਸ ਵਾਸਤੇ ਸਵਾਸ ਸਵਾਸ ਉਸ ਗੁਣਾਂ ਦੇ ਖਜ਼ਾਨੇ ਨੂੰ ਗਾਣਾ ਚਾਹੀਦਾ ਹੈ, ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ। ਜਿਹਦੀ ਓਟ ਲਿਆ ਤਮਾਮ ਦੁੱਖਾਂ ਦੀ ਨਿਵਰਤੀ ਹੁੰਦੀ ਹੈ, ਸदैवी ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਉਸ ਪਿਆਰੇ ਪ੍ਰਮਾਤਮਾ ਦੀ ਓਟ ਤੱਕੋ, ਉਹਦੇ ਚਰਨਾਂ ਨਾਲ ਜੁੜੋ, ਉਹਦੇ ਨਾਮ ਨੂੰ ਹਿਰਦੇ ਵਿੱਚ ਵਸਾਓ। ਸ਼ਬਦ ਦੇ ਚੌਥੇ ਬੰਦ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਦੂਰ ਨਾ ਹੋਈ ਕਤਹੁ ਜਾਈਐ, ਨਦਰ ਕਰੇ ਤਾਂ ਹਰ ਹਰ ਪਾਈਐ। ਹੇ ਭਾਈ, ਉਹ ਪ੍ਰਮਾਤਮਾ ਸਾਥੋਂ ਦੂਰ ਨਹੀਂ ਵਸਦਾ, ਔਰ ਉਸ ਨੂੰ ਕਿਤੇ ਲੱਭਣ ਜਾਣ ਦੀ ਲੋੜ ਨਹੀਂ। ਉਹ ਪ੍ਰਮਾਤਮਾ ਤੇ ਸਾਡੇ ਅੰਦਰ ਹੀ ਮੌਜੂਦ ਹੈ, ਸਾਡੇ ਭੀਤਰ ਹੈ। ਦੂਰ ਨਾ ਹੋਈ ਕਤਹੁ ਜਾਈਐ, ਨਾ ਕਿਤੇ ਜਾਣ ਦੀ ਲੋੜ ਹੈ ਤੇ ਨਾ ਹੀ ਉਹ ਸਾਡੇ ਤੋਂ ਦੂਰ ਹੈ। ਕਿਉਂਕਿ ਆਪਾਂ ਵੇਖਦੇ ਹਾਂ, ਕਈ ਉਸ ਪ੍ਰਮਾਤਮਾ ਨੂੰ ਲੱਭਣ ਵਾਸਤੇ ਆਪਣੇ ਸਰੀਰ ਨੂੰ ਦੁੱਖ ਦਿੰਦੇ ਹਨ, ਕਈ ਸਰੀਰ ਨੂੰ ਭੁੱਖਾ ਰੱਖ ਕੇ ਰੱਬ ਨੂੰ ਪਾਉਣ ਦਾ ਯਤਨ ਕਰਦੇ ਹਨ, ਕੋਈ ਸਰੀਰ ਨੂੰ ਨਗਨ ਅਵਸਥਾ ਵਿੱਚ ਰੱਖ ਕੇ ਪ੍ਰਮਾਤਮਾ ਨੂੰ ਰੱਬ ਨੂੰ ਪਾਣਾ ਚਾਹੁੰਦਾ ਹੈ, ਕੋਈ ਆਪਣੇ ਸਰੀਰ ਨੂੰ ਦੁੱਖ ਦੇ ਕੇ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਕੋਈ ਦਾਨ ਪੁੰਨ ਕੀਤਿਆਂ ਰੱਬ ਨੂੰ ਪਾਣਾ ਚਾਹੁੰਦਾ ਹੈ, ਕੋਈ ਤੀਰਥਾਂ ਤੇ ਨਹਾ ਕੇ ਸਮਝਦਾ ਕਿ ਮੈਂ ਰੱਬ ਦੀ ਪ੍ਰਾਪਤੀ ਕਰ ਲਈ। ਪਰ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਰੋਸ਼ਨੀ ਦੇ ਵਿੱਚ ਆਪਾਂ ਵੇਖਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿਧਾਂਤ ਹੈ, ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਬੇਦ ਪੜਾਵਣੇ, ਨਾ ਤੂੰ ਆਵੈਂ ਵਸ ਧਰਤੀ ਧਾਈਐ। ਸਮੁੱਚੇ ਸ਼ਬਦ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ, ਨਾ ਬਹੁਤਾ ਦਾਨ ਦਿੱਤੀਆਂ ਰੱਬ ਵਸ ਵਿੱਚ ਆਉਂਦਾ ਹੈ, ਨਾ ਤੀਰਥਾਂ ਤੇ ਨਹਾ ਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ, ਤੇ ਨਾ ਦਾਨ ਪੁੰਨ ਕੀਤਿਆਂ ਰੱਬ ਦੀ ਪ੍ਰਾਪਤੀ ਹੁੰਦੀ ਹੈ, ਨਾ ਹੀ ਸਰੀਰ ਨੂੰ ਦੁੱਖ ਦਿੱਤਿਆਂ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਹਨਾਂ ਤਰੀਕਿਆਂ ਦੇ ਨਾਲ ਬੰਦੇ ਦੇ ਮਨ ਵਿੱਚ ਹਉਮੈ ਅਹੰਕਾਰ ਤੇ ਵੱਧ ਸਕਦਾ ਹੈ, ਪਰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਮਾਤਮਾ ਦੀ ਪ੍ਰਾਪਤੀ ਕੇਵਲ ਉਹਦੀ ਬਖਸ਼ਿਸ਼ ਨਾਲ, ਉਹਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਇਸ ਵਾਸਤੇ
ਉਹਨੂੰ ਲੱਭਣ ਜਾਣ ਦੀ ਦੂਰ ਨਹੀਂ, ਉਹ ਤੇ ਸਾਡੇ ਅੰਦਰ ਹੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਘਟ ਘਟ ਸੋ ਪ੍ਰਭ ਆਦ ਜੁਗਾਦ। ਗੁਰਬਾਣੀ ਦੇ ਅਨੇਕਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਪ੍ਰਮਾਤਮਾ ਹਰ ਘਟ ਦੇ ਵਿੱਚ ਰਮਿਆ ਹੋਇਆ, ਉਹ ਸਾਡੇ ਤੋਂ ਦੂਰ ਨਹੀਂ ਹੈ। ਨਦਰ ਕਰੇ ਤਾਂ ਹਰ ਹਰ ਪਾਈਐ। ਸਤਿਗੁਰੂ ਜੀ ਕਹਿਣ ਲੱਗੇ ਉਹਦੀ ਪ੍ਰਾਪਤੀ ਉਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਪ ਮਿਹਰ ਦੀ ਨਜ਼ਰ ਕਰੇ। ਉਹਦੀ ਮਿਹਰ ਦੀ ਨਜ਼ਰ ਤੋਂ ਬਿਨਾਂ ਅਸੀਂ ਪ੍ਰਮਾਤਮਾ ਦਾ ਸਿਮਰਨ ਨਹੀਂ ਕਰ ਸਕਦੇ, ਉਹਨੂੰ ਪਾ ਨਹੀਂ ਸਕਦੇ। ਰੱਬ ਦੀ ਬਖਸ਼ਿਸ਼, ਪ੍ਰਮਾਤਮਾ ਦੀ ਨਜ਼ਰ ਹੋਵੇ ਤਾਂ ਹੀ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ। ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਮਹਾਰਾਜ ਫਰਮਾਨ ਕਰਦੇ ਹਨ, ਅਰਦਾਸ ਕਰੀ ਪੂਰੇ ਗੁਰ ਪਾਸ, ਨਾਨਕ ਮੰਗੈ ਹਰ ਧਨ ਰਾਸ। ਪੂਰੇ ਗੁਰੂ ਦੇ ਕੋਲ, ਪੂਰੇ ਗੁਰੂ ਦੇ ਪਾਸ ਸੇਵਕ ਦੀ ਅਰਦਾਸ ਹੈ ਕਿ ਨਾਨਕ ਵੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਰੂਪੀ ਧਨ ਦੀ ਮੰਗ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੁੱਚੇ ਸ਼ਬਦ ਦੇ ਵਿੱਚ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ हे ਭਾਈ, ਪ੍ਰਮਾਤਮਾ ਦੀ ਬਖਸ਼ਿਸ਼, ਗੁਰੂ ਦਾ ਗਿਆਨ ਬਹੁਤ ਵੱਡਾ ਹੈ, ਪਰ ਉਹ ਪ੍ਰਾਪਤ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੋਵੇ, ਜਦੋਂ ਮਾਲਕ ਦੀ ਰਹਿਮਤ ਹੋਵੇ, ਉਦੋਂ ਹੀ ਉਸ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸਦਾ ਹੈ। ਅਗਲੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਆਸਾ ਮਹੱਲਾ ਪੰਜਵਾਂ। ਪ੍ਰਥਮੇ ਮਿਟਿਆ ਤਨ ਕਾ ਦੁਖ, ਮਨ ਸਗਲ ਕੋ ਹੋਆ ਸੁਖ। ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕੋ ਜਾਓ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ। ਸਤਿਗੁਰ ਕੀ ਸ਼ਰਨਾਈ ਰਹਾਓ, ਗੁਰ ਕੇ ਚਰਨ ਹਿਰਦੈ ਵਸਾਏ। ਮਨ ਚਿੰਤਤ ਸਗਲੇ ਫਲ ਪਾਏ, ਅਗਨ ਬੁਝੀ ਸਭ ਹੋਈ ਸ਼ਾਂਤ। ਕਰ ਕਿਰਪਾ ਗੁਰ ਕੀਨੀ ਦਾਤ, ਨਿਥਾਵੇਂ ਕੋ ਗੁਰ ਦੀਨੋ ਥਾਨ। ਨਿਮਾਨੇ ਕੋ ਗੁਰ ਕੀਨੋ ਮਾਨ, ਬੰਧਨ ਕਾਟ ਸੇਵਕ ਕਰ ਰਾਖੇ। ਅੰਮ੍ਰਿਤ ਬਾਣੀ ਰਸਨਾ ਚਾਖੇ, ਵੱਡਾ ਭਾਗ ਪੂਜ ਗੁਰ ਚਰਨਾ। ਸਗਲ ਤਿਆਗ ਪਾਈ ਪ੍ਰਭ ਸ਼ਰਨਾ। ਗੁਰ ਨਾਨਕ ਜਾ ਕੋ ਭਇਆ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ। ਇਸ ਸ਼ਬਦ ਵਿੱਚ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਪ੍ਰਥਮੇ ਮਿਟਿਆ ਤਨ ਕਾ ਦੁਖ। हे ਭਾਈ, ਗੁਰੂ ਨੂੰ ਮਿਲਿਆ ਸਭ ਤੋਂ ਪਹਿਲਾਂ ਮੇਰੇ ਸਰੀਰ ਦਾ ਹਰੇਕ ਰੋਗ, ਹਰੇਕ ਦੁੱਖ ਕੱਟਿਆ ਗਿਆ, ਹਰੇਕ ਦੁੱਖ ਮਿਟ ਗਿਆ। ਮਨ ਸਗਲ ਕੋ ਹੋਆ ਸੂਖ, ਪਹਿਲਾਂ ਤਨ ਦਾ ਦੁੱਖ ਕੱਟਿਆ ਗਿਆ ਤੇ ਫੇਰ ਮੇਰੇ ਮਨ ਨੂੰ ਪੂਰਨ ਆਨੰਦ ਦੀ ਪ੍ਰਾਪਤੀ ਹੋਈ। ਕਰ ਕਿਰਪਾ ਗੁਰ ਕੀ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕੋ ਜਾਓ। ਕਰ ਕਿਰਪਾ, ਗੁਰੂ ਨੇ ਕਿਰਪਾ ਕਰਕੇ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾਇਆ ਹੈ। ਗੁਰੂ ਨੇ ਕਿਰਪਾ ਕਰਕੇ ਸਾਡੀ ਝੋਲੀ ਦੇ ਵਿੱਚ ਪ੍ਰਮਾਤਮਾ ਦਾ ਨਾਮ ਪਵਾਇਆ। ਇਸ ਵਾਸਤੇ ਬਲ ਬਲ ਤਿਸ ਸਤਿਗੁਰ ਕੋ ਜਾਓ, ਉਸ ਸਤਿਗੁਰੂ ਤੋਂ ਬਲ ਜਾਓ, ਕੁਰਬਾਨ ਜਾਓ, ਬਲਿਹਾਰ ਜਾਓ।
जिस गुरु की किरपा दे नाल, जिस गुरु के ज्ञान द्वारा असी अकाल पुरख परमात्मा के नाम की प्राप्ति की है। क्योंकि सत संगत जी, गुरु के ज्ञान तो बिना परमात्मा के नाम नाल जुड़ना असंभव है। जिवें आपां समाज दे विच वेखदे हां, दुनिया का कोई ज्ञान, कोई विद्या पढ़नी होवे, कोई ज्ञान अर्जित करना होवे, सानू समाज दे विच टीचर दी, गुरु दी, अध्यापक दी बहुत जरूरत है। किसी बच्चे ने मैडिकल साइंस पढ़नी है, किसी बच्चे ने अर्थ शास्त्र का ज्ञान लेना है, किसी बच्चे ने विज्ञान पढ़ना है, तो उसनू कोई टीचर चाहिदा है जिहड़ा उस ज्ञान दे विच मुहारत हासिल रखदा होवे, जिहड़ा उस ज्ञान दे विच निपुण होवे। जिहड़ा आप गुरु अधूरा होवे, वो दूसरिਆਂ ਨੂੰ ज्ञान किवें दे सकदा है? जिसनों आप अर्थ शास्त्र का, मैडिकल साइंस का, विज्ञान का ज्ञान नहीं, वो दूसरे नूं, वो बच्चों नूं ज्ञान नहीं दे सकता। जिहड़ा गुरु अधूरा है, वो शरण आया नूं परमात्मा का ज्ञान किवें दे सकदा है? इस वास्ते वो आप अधूरा है। अधूरा गुरु वो आप अधूरा है, ते ओदी शरण आया किसी नूं परमात्मा के नाम की प्राप्ति नहीं हुंदी। पूरा गुरु ही जिहड़ा परमात्मा के नाल एकमिक होया है, जिहड़ा परमात्मा के नाम के नाल भरिया होया है, सत संगत उही शरण आया नूं परमात्मा के नाम नाल जोड़ता है। दुनिया दे विच अज्ञानी, देहधारी, झूठे गुरु अनेकां हन, पर समाज संसार दे विच, सारे जगत दे विच धन श्री गुरु ग्रंथ साहिब सच्चे पातशाह महाराज, सच्चे गुरु अजिहे रहबर, अजिहे सतगुरु हन जो सानू सारियां नू, समुची मानवता नू एक परमात्मा के नाम नाल जुड़दे हन। धन गुरु ग्रंथ साहिब सच्चे पातशाह जी की बाणी मनुख नू जीवन जांच सिखाउंदी है, मनुख नू जिंदगी का उपदेश दिंदी है कि हे भाई, तू संसार दे विच रब दा नाम जपण वास्ते आया है, तो दुनिया के किहड़े कम्मां दे विच पै गया। तो ये ज्ञान केवल गुरु ग्रंथ साहिब सच्चे पातशाह जी ने सिख दी झोली विच पाया। इस वास्ते पूरा गुरु ही पूरे परमात्मा दे नाल मिला सकदा है। पावन गुरबाणी दा बचन है, गुरदेव माता, गुरदेव पिता, गुरदेव स्वामी परमेश्वरा। इस तो इलावा सतगुरु सच्चे पातशाह जी के होर भी बचन हैं। जे सौ चंदा उगवै सूरज चढ़े हजार, एते चानन हुंदियां गुर बिन घोर अंधार। गुर बिन घोर अंधार, गुरु बिन समझ ना आवे, गुर बिन सुरत न सिद्ध, गुरु बिन मुक्त ना पावे। सो गुरु दे ज्ञान दी जीवन दे विच बहुत जरूरत है। गुरु ज्ञान द्वारा ही असी परमात्मा तक पहुंच सकते हाँ। सतगुरु जी इस शब्द दे विच किरपा करते हैं, बल बल तिस सतगुरु को जाओ, उस सतगुरु तो कुर्बान जाओ, बलिहार जाओ, जिहड़ा सानू रब दे नाम नाल जोड़दा है। गुरपूरा पायो मेरे भाई, रोग सोग सब दुख बिनासे, सतगुर की शरणाई। हे मेरे भाई, जदों मैनू पूरा गुरु मिलिया है, तो मेरे तन दे, मेरे मन दे हर प्रकार दे दुख कलेश दलिदर बिनस गए, खत्म हो गए। जदों मैं गुरु की शरण में जुड़ के अपने हिरदे विच परमात्मा के नाम नू वसाया। देखो सत संगत, रहाओ वालियां पंक्तियां दे विच सतगुरु सच्चे पातशाह जी गुरु दे ज्ञान दी, गुरु दी शरण दी महिमा गायन करते हैं। रोग सोग सब दुख बिनासे, तन दे रोग होण, मन दे रोग होण, किसी तरह का कोई दुख होवे, सतगुरु दी शरण आया
ਹਰੇਕ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਰਹਾਓ ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਗੁਰ ਕੇ ਚਰਨ ਹਿਰਦੈ ਵਸਾਏ। ਗੁਰੂ ਦੇ ਚਰਨ ਕਿਹੜੇ ਹਨ? ਸਤ ਸੰਗਤ ਜੀ, ਦੁਨੀਆ ਦੇ ਵਿੱਚ ਜਿਹੜੇ ਦੇਹਧਾਰੀ ਗੁਰੂ ਹਨ, ਜਿਹੜੇ ਅਧੂਰੇ ਗੁਰੂ ਹਨ, ਉਹ ਸ਼ਰਨ ਆਇਆਂ ਨੂੰ ਕੇਵਲ ਆਪਣੇ ਪੈਰਾਂ ਦੇ ਨਾਲ ਜੋੜਦੇ ਹਨ, ਉਹ ਆਪਣੇ ਆਪ ਦੇ ਨਾਲ ਜੋੜਦੇ ਹਨ। ਪਰ ਗਿਆਨੀ ਗੁਰੂ, ਪੂਰਾ ਗੁਰੂ ਆਪਣੇ ਨਾਲ ਨਹੀਂ, ਉਹ ਪ੍ਰਮਾਤਮਾ ਦੇ ਨਾਮ ਨਾਲ ਜੋੜਦੇ ਹਨ। ਸੋ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਤੇ ਗੁਰੂ ਦੇ ਚਰਨ ਕਿਹੜੇ ਹਨ? ਗੁਰੂ ਦੇ ਚਰਨ ਹਨ ਗੁਰੂ ਦਾ ਨਾਮ, ਗੁਰੂ ਦੀ ਬਖਸ਼ਿਸ਼ ਹੀ ਗੁਰੂ ਦੇ ਚਰਨ ਹਨ। ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਜਿਸ ਨੇ ਗੁਰੂ ਦੇ ਚਰਨ ਭਾਵ ਗੁਰੂ ਦਾ ਨਾਮ, ਗੁਰੂ ਦਾ ਗਿਆਨ ਹਿਰਦੇ ਵਿੱਚ ਟਿਕਾ ਲਿਆ, ਵਸ ਗਿਆ, ਉਹਨੇ ਮਨ ਚਿੰਤਤ ਸਗਲੇ ਫਲ ਪਾਏ। ਉਸ ਮਨੁੱਖ ਨੇ, ਉਸ ਸਿੱਖ ਨੇ ਮਨ ਦੀਆਂ ਸਾਰੀਆਂ ਇੱਛਾਵਾਂ ਪ੍ਰਾਪਤ ਕਰ ਲਈਆਂ, ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ। ਅਗਨ 부ਜੀ ਸਭ ਹੋਈ ਸ਼ਾਂਤ, ਕਰ ਕਿਰਪਾ ਗੁਰ ਕੀਨੀ ਦਾਤ। ਵਿਕਾਰਾਂ ਦੀ ਅਗਨ, ਵਿਕਾਰਾਂ ਦੀ ਅੱਗ ਉਸ ਹਿਰਦੇ ਵਿੱਚੋਂ ਬੁਝ ਗਈ। ਉਹ ਹਿਰਦਾ ਸ਼ਾਂਤ ਹੋ ਗਿਆ, ਉਹ ਹਿਰਦਾ ਠੰਡਾ ਠਾਰ ਹੋ ਗਿਆ। ਕਰ ਕਿਰਪਾ ਗੁਰ ਕੀਨੀ ਦਾਤ। ਜਿਸ ਸਿੱਖ ਦੇ ਉੱਤੇ ਗੁਰੂ ਨੇ ਕਿਰਪਾ ਕਰਕੇ ਹਿਰਦੇ ਵਿੱਚ ਦਾਤ ਟਿਕਾ ਦਿੱਤੀ, ਸਤ ਸੰਗਤ, ਉਸ ਹਿਰਦੇ ਦੇ ਵਿੱਚੋਂ ਵਿਕਾਰਾਂ ਦੀ ਜਿਹੜੀ ਤਪਸ਼ ਹੈ, ਅੱਗ ਹੈ, ਉਹ ਦੂਰ ਹੋ ਜਾਂਦੀ ਹੈ। ਤੀਸਰੇ ਬੰਦ ਦੇ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਨਿਥਾਵੇਂ ਕੋ ਗੁਰ ਦੀਨੋ ਥਾਨ, ਨਿਮਾਨੇ ਕੋ ਗੁਰ ਕੀਨੋ ਮਾਨ। ਨਿਥਾਵੇਂ, ਨਿਥਾਵੇਂ ਦਾ ਅਰਥ ਹੁੰਦਾ ਹੈ ਜਿਹਦਾ ਕੋਈ ਥਾਂ ਟਿਕਾਣਾ ਢੋਈ ਨਾ ਹੋਵੇ। ਨਿਥਾਵੇਂ ਕੋ ਗੁਰ ਦੀਨੋ ਥਾਨ। ਨਿਥਾਵਿਆਂ ਨੂੰ, ਨਿਆਸਰਿਆਂ ਨੂੰ ਗੁਰੂ ਨੇ ਥਾਨ ਦੇ ਦਿੱਤਾ, ਗੁਰੂ ਨੇ ਜਗ੍ਹਾ ਦੇ ਦਿੱਤੀ, ਗੁਰੂ ਨੇ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿੱਤਾ। ਨਿਮਾਣੇ ਕੋ ਗੁਰ ਕੀਨੋ ਮਾਨ। ਤੇ ਨਿਮਾਣਿਆਂ ਨੂੰ ਗੁਰੂ ਨੇ ਕਿਰਪਾ ਕਰਕੇ ਮਾਣ ਬਖਸ਼ਿਸ਼ ਕਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ, ਸਾਬਤ ਸੂਰਤ ਖਾਲਸਾ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਨੀਵੀਂ ਜਾਤ, ਨੀਵੇਂ ਧਰਮ ਕਰਕੇ ਤਾੜਿਆ ਜਾਂਦਾ ਸੀ, ਦੁਖੀ ਕੀਤਾ ਜਾਂਦਾ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪਿਆਰਿਆਂ ਨੂੰ ਮਾਣ ਬਖਸ਼ਿਸ਼ ਕੀਤਾ। ਸੋ ਸਾਧ ਸੰਗਤ, ਇਹ ਗੁਰੂ ਦੀ ਵਡਿਆਈ ਹੈ। ਗੁਰੂ ਦੀ ਵਡਿਆਈ ਇਹ ਹੈ, ਉਹ ਨਿਮਾਣਿਆਂ ਨੂੰ ਮਾਣ ਬਖਸ਼ਦੇ ਹਨ, ਨਿਥਾਵਿਆਂ ਨੂੰ ਥਾਨ ਬਖਸ਼ਦੇ ਹਨ। ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਗੁਰੂ ਉਹਨਾਂ ਦਾ ਆਸਰਾ ਹੈ। ਜਿਨ੍ਹਾਂ ਨੂੰ ਕੋਈ ਢੋਈ ਨਹੀਂ ਦਿੰਦਾ, ਗੁਰੂ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਥਾਂ ਦਿੰਦਾ ਹੈ, ਉਹਨਾਂ ਨੂੰ, ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਦਾ ਹੈ। ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਸਤ ਸੰਗਤ ਜੀ, ਉਹਨਾਂ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ। ਉਹਨਾਂ ਸੇਵਕਾਂ ਨੂੰ ਆਪ ਹੱਥ ਦੇ ਕੇ ਰੱਖ ਲੈਂਦਾ ਹੈ, ਜਿਹੜੇ ਇਸ ਰਸਨਾ ਦੇ ਨਾਲ ਪ੍ਰਮਾਤਮਾ ਦਾ ਜੋ ਨਾਮ ਰੂਪੀ ਅੰਮ੍ਰਿਤ ਹੈ, ਜਿਹੜਾ ਮੌਤ ਤੋਂ ਰਹਿਤ ਕਰ ਦੇਣ ਵਾਲਾ ਜਲ ਹੈ, ਛਕਦੇ ਹਨ। ਸਤ ਸੰਗਤ, ਉਹਨਾਂ ਦੇ ਸਾਰੇ ਹੀ ਬੰਧਨ ਕੱਟੇ ਜਾਂਦੇ ਹਨ। ਸ਼ਬਦ ਦੇ ਚੌਥੇ ਬੰਦ ਵਿੱਚ ਹਜ਼ੂਰ ਬਖਸ਼ਿਸ਼ ਕਰਦੇ ਹਨ, ਵੱਡਾ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸ਼ਰਨਾ। ਵੱਡਾ ਭਾਗ ਪੂਜ ਗੁਰ ਚਰਨਾ। हे ਭਾਈ, ਵੱਡੀ ਕਿਸਮਤ ਨਾਲ ਹੀ ਗੁਰੂ ਦੇ ਚਰਨਾਂ ਦੀ ਪੂਜਾ ਕਰਨ ਦਾ
ਗੁਰੂ ਦੇ ਸ਼ਰਨ ਦੇ ਵਿੱਚ ਆਉਣ ਦਾ, ਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਵੱਡਿਆਂ ਭਾਗਾਂ ਤੋਂ ਬਿਨਾਂ ਮਨੁੱਖ ਦੀ ਕੋਈ ਤਾਕਤ ਨਹੀਂ ਕਿ ਉਹ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੇ। ਜਿਹਦੇ ਵੱਡੇ ਭਾਗ ਹਨ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਮ ਚੋਟਾ ਖਾਵੈ। ਵੱਡਿਆਂ ਭਾਗਾਂ ਦੇ ਨਾਲ ਹੀ ਸਤ ਸੰਗਤ ਦੇ ਵਿੱਚ ਆਇਆ ਜਾਂਦਾ ਹੈ। ਅਗਲਾ ਬਚਨ ਹੈ, ਸਗਲ ਤਿਆਗ ਪਾਈ ਪ੍ਰਭ ਸ਼ਰਨਾ। ਜਿਹਦੀ ਬਰਕਤ ਦੇ ਨਾਲ ਮੈਂ ਹੋਰ ਸਾਰੇ ਆਸਰੇ ਪਰਨੇ ਤਿਆਗ ਦਿੱਤੇ, ਛੱਡ ਦਿੱਤੇ, ਕੇਵਲ ਇੱਕ ਪ੍ਰਮਾਤਮਾ, ਇੱਕ ਗੁਰੂ ਦੇ ਉੱਤੇ ਹੀ ਭਰੋਸਾ ਰੱਖਿਆ, ਇੱਕ ਗੁਰੂ ਦੇ ਉੱਤੇ ਹੀ ਆਸ ਰੱਖੀ ਹੈ, ਇੱਕ ਗੁਰੂ ਦੀ ਸ਼ਰਨ ਦੇ ਵਿੱਚ ਹੀ ਟਿਕਿਆ ਹੋਇਆ। ਗੁਰ ਨਾਨਕ ਜਾ ਕੋ ਭਇਆ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਮਨੁੱਖ ਉੱਤੇ ਗੁਰੂ ਪ੍ਰਮਾਤਮਾ ਦਇਆਵਾਨ ਹੁੰਦੇ ਹਨ, ਦਿਆਲੂ ਹੁੰਦੇ ਹਨ, ਉਸ ਸਿੱਖ ਦੇ ਹਿਰਦੇ ਦੇ ਵਿੱਚ ਹੀ ਪ੍ਰਮਾਤਮਾ ਦੇ ਨਾਮ ਦਾ ਵਾਸਾ ਹੁੰਦਾ ਹੈ। ਸੋ ਜਨ ਹੋਆ ਸਦਾ ਨਿਹਾਲਾ। ਉਹ ਜਨ, ਉਹ ਸੇਵਕ ਨਿਹਾਲ ਹੋ ਜਾਂਦਾ ਹੈ। ਸਤ ਸੰਗਤ ਜਿਹੜਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਤੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਕੇ ਗੁਰੂ ਦੇ ਗਿਆਨ ਨੂੰ ਹਿਰਦੇ ਵਿੱਚ ਟਿਕਾ ਕੇ ਗੁਰੂ ਦੇ ਸ਼ਬਦ ਵਿੱਚੋਂ ਪ੍ਰਮਾਤਮਾ ਦੇ ਨਾਮ ਦੀ ਖੋਜ ਕਰਦਾ ਹੈ। ਕਿਉਂਕਿ ਖਾਲਸੇ ਨੂੰ ਇਹੀ ਹੁਕਮ ਹੈ, ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਸ਼ਬਦ ਮੈਂ ਲੇ। ਜੋ ਪ੍ਰਭੂ ਦੀ, ਪ੍ਰਮਾਤਮਾ ਦੀ ਖੋਜ ਕਰਨਾ ਚਾਹੇ, ਉਹ ਸ਼ਬਦ ਦੇ ਵਿੱਚੋਂ ਰੱਬ ਦੀ ਖੋਜ ਕਰੇ, ਕਿਉਂਕਿ ਸ਼ਬਦ ਵਿੱਚੋਂ ਹੀ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ। ਉਹ ਸ਼ਬਦ ਕੀ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ, ਸ਼ਬਦ ਦੇ ਨਾਲ ਜੁੜਦਾ ਹੈ, ਸਤ ਸੰਗਤ ਉਹਦਾ ਸੰਸਾਰ ਦੇ ਵਿੱਚ ਆਇਆ ਸਫਲ ਹੋ ਜਾਂਦਾ ਹੈ। ਉਸ ਨੂੰ ਕਿਸੇ ਦੁੱਖ ਦਾ ਸਾਹਮਣਾ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਗੁਰੂ ਆਪ ਹੀ ਸਿੱਖ ਦੇ ਸਹਾਈ ਹੁੰਦੇ ਹਨ। ਗੁਰੂ ਆਪ ਹੀ ਸਾਰੀਆਂ ਮੁਸ਼ਕਲਾਂ ਨੂੰ, ਸਾਰੀਆਂ ਕਠਿਨਾਈਆਂ ਨੂੰ ਦੂਰ ਕਰ ਦਿੰਦੇ ਹਨ। ਇਹ ਗੁਰੂ ਦੀ ਵਡਿਆਈ ਹੈ। ਸਤਿਗੁਰੂ ਬਖਸ਼ਿਸ਼ ਕਰਨ, ਇਹ ਵਡਿਆਈ ਸਾਡੇ ਵੀ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਜਾਏ। ਇਹੀ ਅਰਦਾਸ ਕਰੀਏ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਤਿਗੁਰੂ ਬਖਸ਼ਿਸ਼ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤਾਂ ਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।